ਰੋਟਰੀ ਇੰਟਰਨੈਸ਼ਨਲ ਨੇ ਸਾਲਾਨਾ ਸਮਾਗਮ ਵਿੱਚ ਸਮਾਜ ਸੇਵਾ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ 2 ਦਿਨਾ ਉਤਸਵ ਸਮਾਗਮ ਡਿਸਟ੍ਰਿਕਟ ਗਵਰਨਰ ਡਾਕਟਰ ਯੂਐਸ ਕਈ ਦੀ ਅਗਵਾਈ ਵਿੱਚ ਕਰਵਾਇਆ, ਜਿਸ ਵਿੱਚ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਤੇ ਲਦਾਖ ਦੇ 126 ਕਲੱਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਸਮਾਗਮ ਵਿੱਚ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ, ਪਦਮ ਸ਼੍ਰੀ ਸੰਤ ਸੇਵਾ ਸਿੰਘ ਖਡੂਰ ਵਾਲੇ, ਅਕਸ਼ਰਧਾਮ ਦਿੱਲੀ ਦੇ ਮੁਨੀ ਵਾਤਸਲ ਸਵਾਮੀ, ਗਾਇਕ ਹੰਸਰਾਜ ਹੰਸ, ਕਾਰਗਿਲ ਯੁੱਧ ਦੇ ਬ੍ਰਿਗੇਡੀਅਰ ਬਾਜਵਾ, ਰੋਟਰੀ ਇੰਟਰਨੈਸ਼ਨਲ ਦੀ ਸਾਬਕਾ ਡਿਸਟ੍ਰਿਕਟ ਗਵਰਨਰ ਡਾਕਟਰ ਰੇਖਾ ਛੇਟੀ, ਪ੍ਰਸਿੱਧ ਫਿਲਮ ਡਾਇਰੈਕਟਰ ਤੇ ਸ਼ੋਅਮੈਨ ਦਾ ਖਿਤਾਬ ਪ੍ਰਾਪਤ ਸੁਭਾਸ਼ ਕਈ ਨੇ ਰੋਟੇਰੀਅਨ ਮੈਂਬਰਾਂ ਨੂੰ ਸਮਾਜ ਸੇਵੀ ਕਾਰਜਾਂ ਦੇ ਲਈ ਜਾਗਰੂਕ ਕੀਤਾ। ਡਾਕਟਰ ਯੂਐਸ ਕਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰਜਕਾਲ 'ਚ ਅਜੇ 2 ਮਹੀਨੇ ਦੇ ਕਰੀਬ ਸਮਾਂ ਬਾਕੀ ਹੈ ਤੇ ਉਨ੍ਹਾਂ ਨੇ ਪਿਛਲੇ 10 ਮਹੀਨਿਆਂ ਵਿੱਚ 30,000 ਦੇ ਕਰੀਬ ਪੌਦੇ ਤੇ ਹੋਰ ਅਨੇਕਾਂ ਸਮਾਜ ਸੇਵਾ ਦੇ ਕੰਮ ਕਰਵਾਏ ਹਨ ਅਤੇ ਰੋਟਰੀ ਇੰਟਰਨੈਸ਼ਨਲ ਪਾਣੀ ਦੀ ਸਾਂਭ ਸੰਭਾਲ ਦੇ ਲਈ ਪਿੰਡ ਪੱਧਰ ਤੇ ਗਾਇਬ ਹੋ ਰਹੇ ਛੱਪੜਾਂ ਨੂੰ ਸੁਰਜੀਤ ਕਰਨ ਤੇ ਸਾਫ਼ ਸੁਥਰੇ ਤਲਾਬਾਂ 'ਚ ਬਦਲਣ ਲਈ ਕਸ਼ਮੀਰ ਦੀ ਦੂਸ਼ਿਤ ਹੋ ਚੁੱਕੀ ਡਲ ਝੀਲ ਨੂੰ ਸਾਫ਼ ਕਰਨ ਲਈ ਇੰਟਰਨੈਸ਼ਨਲ ਟੀਮ ਦੇ ਸਹਿਯੋਗ ਨਾਲ ਮੁਹਿੰਮ ਸ਼ੁਰੂ ਕਰੇਗਾ। ਦੁਨੀਆ ਭਰ 'ਚ ਸਮਾਜ ਸੇਵਾ ਅਤੇ ਵਾਤਾਵਰਣ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਹਨ, ਜਿਨ੍ਹਾਂ 'ਚ ਰੋਟਰੀ ਇੰਟਰਨੈਸ਼ਨਲ ਕੋਈ ਜਾਣ ਪਛਾਣ ਦੇ ਮੁਹਤਾਜ ਨਹੀਂ। ਅੱਜ ਸਾਡੇ ਨਾਲ ਰੋਟਰੀ ਇੰਟਰਨੈਸ਼ਨਲ ਦੇ ਡਿਸਟ੍ਰਿਕਟ ਗਵਰਨਰ ਯੂਐਸ ਕਈ ਮੌਜੂਦ ਹਨ। ਆਓ ਗੱਲਬਾਤ ਕਰਦੇ ਹਾਂ। ਕਈ ਸਭ ਪਹਿਲਾਂ ਤਾਂ ਦੱਸੋ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਸੀ ਉਹਦੇ ਰੂਪਰੇਖਾ ਤੇ ਕੀ ਮੰਤਵ ਹੈ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਰੋਟਰੀ ਡਿਸਟ੍ਰਿਕਟ 3070 ਹੈ, ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਹਿਮਾਚਲ ਵਿੱਚ, ਪੰਜਾਬ ਵਿੱਚ, ਸਾਰੇ JNK ਵਿੱਚ ਔਰ ਲਦਾਖ ਵਿੱਚ ਹੈਗੀ ਹੈ ਔਰ ਸਾਡੇ 126 ਕਲੱਬ ਹੈ। ਇਸ ਸਾਲ ਦਾ ਜਿਹੜਾ ਸਾਡਾ ਥੀਮ ਹੈ ਉਹ ਹੈ ਸਰਵ ਟੂ ਚੇਂਜ ਲਾਈਵਸ, ਕਿ ਅਸੀਂ ਕਿਵੇਂ ਚੰਗੇ ਲੋਕ ਭਲਾਈ ਦੇ ਕੰਮਾਂ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹਨਾਂ ਨੂੰ ਬਦਲ ਸਕਦੇ ਹਾਂ। ਜਿਹੜੇ ਲੋਕ ਫੋਰਚੂਨੇਟ ਹੈ, ਰੱਬ ਵੱਲੋਂ ਉਹਨਾਂ ਨੂੰ ਸਭ ਕੁਝ ਚੰਗਾ ਦਿੱਤਾ ਗਿਆ ਹੈ, ਉਹਨਾਂ ਦਾ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਜਿਹੜੇ ਲੋਕ ਪਿਛੜ ਗਏ ਆ, ਜਿਹੜੇ ਸਾਡਾ ਪਿੱਛੇ ਰਹਿ ਗਏ ਆ, ਉਹਨਾਂ ਦੀ ਕਿਸੇ ਤਰ੍ਹਾਂ ਹੈਲਪ ਕੀਤੀ ਜਾਏ। ਭਾਵੇਂ ਉਹ ਕੋਈ ਬਿਮਾਰ ਹੈ, ਭਾਵੇਂ ਕੋਈ ਉਹਨਾਂ ਨੂੰ ਨੌਕਰੀ ਦੀ ਲੋੜ ਹੈ, ਕੋਈ ਉਹਨਾਂ ਨੂੰ ਵੋਕੇਸ਼ਨਲ ਸਰਵਿਸ ਦੀ ਲੋੜ ਹੈ, ਕਿਸੇ ਜਗ੍ਹਾ ਦਾ ਇਨਵਾਇਰਮੈਂਟ ਠੀਕ ਨਹੀਂ ਹੈ, ਕੋਈ ਬਿਮਾਰ ਹੈ। ਤਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਸਾਡੇ ਏਰੀਆ ਦਾ ਫੋਕਸ ਹੈਗਾ, 7 ਏਰੀਆ ਦਾ ਫੋਕਸ ਹੈ। ਔਰ ਜਿਹੜੀ ਅਸੀਂ ਇਹ ਜਿਹੜੀ ਹੁਣ ਸੈਲੀਬ੍ਰੇਟ ਕਰ ਰਹੇ ਹਾਂ, ਇਹ ਸਾਡਾ ਇਸ ਵੇਲੇ 10ਵਾਂ ਮਹੀਨਾ ਰੋਟਰੀ ਦਾ ਚੱਲ ਰਿਹਾ। ਗਵਰਨਰ ਜਿਹੜਾ 1 ਸਾਲ ਵਾਸਤੇ ਹੁੰਦਾ, ਸੋ ਉਹਦਾ ਕਾਰਜਕਾਲ ਸਿਰਫ ਆਪਣੇ 1 ਜੁਲਾਈ ਤੋਂ ਸ਼ੁਰੂ ਹੋ ਕੇ 30 ਜੂਨ ਨੂੰ ਖਤਮ ਹੋ ਜਾਂਦਾ। ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਵੀ ਅੱਜ ਹੁਣ ਜਿਵੇਂ 24 ਤਰੀਕ ਹੈ, 24 ਤਰੀਕ ਹੈਗੀ ਹੈ ਅਪ੍ਰੈਲ ਦੀ। ਸੋ ਹੁਣ ਸਾਡੇ ਕੋਲ ਸਿਰਫ 6 ਦਿਨ ਔਰ 2 ਮਹੀਨੇ ਬਾਕੀ ਹੈ ਔਰ ਇਹ 6 ਮਹੀਨੇ 2 ਦਿਨਾਂ ਵਿੱਚ ਅਸੀਂ ਕੰਮ ਹੀ ਕਰਦੇ ਰਹਿਣਾ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਦੋਂ 8-9 ਮਹੀਨੇ ਹੋ ਜਾਣ ਤਾਂ ਅਸੀਂ ਜੋ ਕੰਮ ਸਾਰੇ ਕੀਤੇ ਆ ਪੂਰੇ ਸਾਲ ਵਿੱਚ ਉਹਦੀ ਅਸੈਸਮੈਂਟ ਕਰੀਏ ਔਰ ਉਹਨੂੰ ਸੈਲੀਬ੍ਰੇਟ ਕਰੀਏ। ਸੋ ਅਸੀਂ ਇਹ ਜਿਹੜੀ ਫੰਕਸ਼ਨ ਹੈ ਇਹਦਾ ਨਾਂ ਉਤਸਵ ਰੱਖਿਆ। ਤਾਂ ਇਸ ਕਰਕੇ ਟੂ ਸੈਲੀਬ੍ਰੇਟ ਰੋਟਰੀ, ਅਤੇ ਇਹਦੇ ਵਿੱਚ ਜਿਹੜਾ ਅਸੀਂ ਕੱਲ੍ਹ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਅਤੇ ਇਹਦੇ ਵਿੱਚ ਬੜੇ ਇੰਪੋਰਟੈਂਟ ਜਿਹੜੇ ਬੁਲਾਰੇ ਆਏ ਔਰ ਬੁਲਾਰੇ ਜਿਹੜੇ ਜਿੰਨੇ ਵੀ ਅਸੀਂ ਬੁਲਾਈ ਦੇ ਆ ਉਹ ਆਪਣੀ ਫੀਲਡ ਦੇ ਵਿੱਚ ਮਾਹਿਰ ਰਹੇ ਆ, ਦੁਨੀਆ ਵਿੱਚ ਮਸ਼ਹੂਰ ਹੈਗੇ ਆ ਔਰ ਉਹਨਾਂ ਨੂੰ ਅੱਛੇ ਕੰਮ ਕਰਨ ਵਾਸਤੇ ਲੋਕਾਂ ਨੂੰ ਮੋਟੀਵੇਟ ਕੀਤਾ। ਜਿਵੇਂ ਕੱਲ੍ਹ ਅਸੀਂ ਜਿਹੜੀ ਸਾਡੀ ਫੰਕਸ਼ਨ ਸੀ ਉਹਦੇ ਵਿੱਚ ਜਿਹੜੇ ਸੰਤ ਸੀਚੇਵਾਲ ਜੀ ਨੂੰ ਅਸੀਂ ਬੁਲਾਇਆ ਸੀ। ਜਿਵੇਂ ਤੁਸੀਂ ਐਨਵਾਇਰਨਮੈਂਟ ਦੀ ਗੱਲ ਕਰ ਰਹੇ ਸੀ, ਸੰਤ ਸੀਚੇਵਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਦਰਿਆਵਾਂ ਦੇ ਪ੍ਰਦੂਸ਼ਣ ਹੈ ਉਹਦੇ ਬਾਰੇ 'ਚ ਕੰਮ ਕਰਦੇ ਆ। ਸੋ ਉਹਨਾਂ ਨੇ ਸਾਰੇ ਰੋਟੇਰੀਅਨਸ ਨੂੰ ਦੱਸਿਆ ਔਰ ਉਹਨਾਂ ਨੂੰ ਸਾਰਿਆਂ ਨੂੰ ਇਹ ਪ੍ਰੋਤਸਾਹਨ ਨਹੀਂ ਦਿੱਤਾ ਕਿ ਤੁਸੀਂ ਇਹ ਕੰਮ ਜ਼ਰੂਰ ਕਰੋ। ਅਸੀਂ ਰੋਟਰੀ ਇੰਟਰਨੈਸ਼ਨਲ ਦੀ ਮਦਦ ਨਾਲ ਜਿਹੜੀ ਡਲ ਝੀਲ ਸ਼੍ਰੀਨਗਰ ਦੀ ਕਾਫੀ ਪ੍ਰਦੂਸ਼ਿਤ ਹੋ ਚੁੱਕੀ ਹੈ, ਉਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ। ਇੱਕ ਇੰਟਰਨੈਸ਼ਨਲ ਟੀਮ ਆ ਰਹੀ ਕਿ ਅਸੀਂ ਕਿਵੇਂ ਉਹਨੂੰ ਹੋਰ ਸਾਫ਼ ਕਰ ਸਕਦੇ ਹਾਂ। ਔਰ ਇਸੇ ਤਰ੍ਹਾਂ ਟਰੀ ਪਲਾਂਟੇਸ਼ਨ ਦਾ ਮੁੱਦਾ ਜਿਹੜਾ ਉਹ ਵੀ ਚੱਲਦਾ ਰਹਿੰਦਾ। ਅੱਜ ਐਨਵਾਇਰਨਮੈਂਟ ਵਾਸਤੇ ਅਸੀਂ ਇੱਕ ਹੋਰ ਬੜੇ ਇੰਪੋਰਟੈਂਟ ਮਹਾਂਪੁਰਸ਼ ਨੂੰ ਬੁਲਾ ਰਹੇ ਹਾਂ, ਸੰਤ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਔਰ ਉਹਨਾਂ ਨਾਲ ਮੇਜਰ ਜਨਰਲ ਬਲਵਿੰਦਰ ਆ ਰਹੇ, ਜਿਹੜੇ ਕਿ ਦੋਨੋਂ ਜਿਹੜੇ ਰਲ ਕੇ ਐਨਵਾਇਰਨਮੈਂਟ ਵਾਸਤੇ ਔਰ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਫ੍ਰੀ ਸੇਵਾ ਕਰਦੇ। ਜਿਹੜੇ ਸੰਤ ਸੇਵਾ ਸਿੰਘ ਜੀ ਆ ਉਹਨਾਂ ਨੇ ਇਹ ਪ੍ਰਣ ਲਿਆ ਕਿ ਉਹਨਾਂ ਨੇ ਜੰਗਲਾਂ ਨੂੰ ਦੁਬਾਰਾ ਬਣਾਉਣਾ ਹੈ। ਜਿਵੇਂ ਆਪਣੇ ਜੰਗਲ ਨਸ਼ਟ ਹੋ ਕੇ ਨਵੇਂ ਮਕਾਨ, ਦੁਕਾਨ, ਆਪਾਂ ਕਿਧਰੇ ਵੀ ਜਾਈਏ ਮਕਾਨ, ਦੁਕਾਨ ਔਰ ਸੜਕਾਂ ਤੋਂ ਇਲਾਵਾ ਕੁਛ ਨਹੀਂ ਰਹਿ ਗਿਆ। ਅਸੀਂ ਆਪਣੀ ਧਰਤੀ ਜਿਹੜੀ ਹੈ ਅਸੀਂ ਉਹਦੇ ਨਾਲ ਬਹੁਤ ਨੁਕਸਾਨ ਕਰ ਰਹੇ ਹਾਂ। ਗੁਰੂ ਨਾਨਕ ਦੇਵ ਨੇ ਕਿਹਾ ਸੀ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ ਇਹ ਇਸ ਮਹਾਪੁਰਸ਼ ਨੇ, ਇਸ ਸਿੱਖ ਗੁਰੂ ਨੇ 550 ਸਾਲ ਤੋਂ ਵੱਧ ਹੋ ਗਏ ਅੱਜ ਇਹ ਗੱਲ ਕਹੀ ਸੀ, ਜਦੋਂ ਕਿ ਉਦੋਂ ਕੋਈ ਪੋਲੂਸ਼ਨ ਨਹੀਂ ਸੀ, ਕੋਈ ਟਰੱਕ ਨਹੀਂ ਸੀ, ਕੋਈ ਬੱਸਾਂ ਨਹੀਂ ਸੀ, ਕੋਈ ਕਾਰਾਂ ਨਹੀਂ ਸੀ, ਕੋਈ ਇੰਡਸਟਰੀ ਨਹੀਂ ਸੀ। ਜੇ ਡਾਕਟਰ ਸਾਹਿਬ ਗੱਲ ਕਰੀਏ ਤਾਂ ਪੰਜਾਬ ਤਾਂ ਪਹਿਲਾਂ ਹੀ ਪਵਨ ਗੁਰੂ ਪਾਣੀ ਪਿਤਾ ਦੇ, ਨਾ ਇੱਥੇ ਪਾਣੀ ਸ਼ੁੱਧ ਹੈ ਨਾ ਹਵਾ ਸ਼ੁੱਧ ਹੈ, ਤੇ ਧਰਤੀ ਦਾ ਵੀ ਅਸੀਂ ਲੋਕਾਂ ਨੇ ਆਪ ਹੀ ਦਵਾਈਆਂ ਕੀਟਨਾਸ਼ਕ ਪਾ ਕੇ ਹਾਲਾਤ ਵਿਗਾੜਦੇ। ਤੇ ਇਹਨਾਂ ਲਈ ਰੋਟਰੀ ਨੇ ਹੁਣ ਤੱਕ ਤੁਹਾਡੇ ਕੀ ਕੀਤਾ? ਦੇਖੋ ਇਸ ਸਾਲ ਦੇ ਵਿੱਚ ਅਸੀਂ ਆਲਰੇਡੀ 20,000 ਜਿਹੜੇ ਪਲਾਂਟਸ ਅਸੀਂ ਲਗਾ ਚੁੱਕੇ ਹਾਂ। ਹੁਣ ਅੱਗੋਂ ਬਰਸਾਤ ਦਾ ਜਦੋਂ ਮੌਸਮ ਆਏਗਾ, ਤੇ ਕਿਉਂਕਿ ਸਾਡੇ ਜਦੋਂ ਵੀ ਪੌਦੇ ਲਗਾਉਂਦੇ ਹਾਂ ਸਾਨੂੰ ਮੌਸਮ ਵੀ ਦੇਖਣਾ ਪੈਂਦਾ, ਕਿਉਂਕਿ ਅਸੀਂ ਇਹਨਾਂ ਨੂੰ ਸੜਕਾਂ ਦੇ ਕਿਨਾਰੇ 'ਚ ਜਾਂ ਕੋਈ ਜਗ੍ਹਾ ਖਾਲੀ ਜਗ੍ਹਾ ਪਈਆਂ, ਕੋਈ ਛੱਪੜਾਂ ਦੇ ਆਸ-ਪਾਸ, ਇਹ ਸਾਰੀ ਜਗ੍ਹਾ ਤੇ ਪੌਦੇ ਲਗਾਉਂਦੇ ਹਾਂ। ਤਾਂ ਕਿਉਂਕਿ ਹਰ ਵੇਲੇ ਅਸੀਂ ਉਹਨਾਂ ਦਾ ਧਿਆਨ ਨਹੀਂ ਰੱਖ ਸਕਦੇ, ਤਾਂ ਇਸ ਕਰਕੇ ਅਸੀਂ ਮੌਸਮ ਦੇਖੀਦਾ। ਕਈ ਪੌਦੇ ਹੁੰਦੇ ਜਿਹੜੇ ਸਰਦੀਆਂ 'ਚ ਲੱਗਦੇ ਆ, ਜਨਵਰੀ ਫਰਵਰੀ 'ਚ ਲੱਗਦੇ ਆ। ਜ਼ਿਆਦਾ ਪੌਦੇ ਜਿਹੜੇ ਆ ਉਹ ਬਰਸਾਤਾਂ 'ਚ ਲਾਏ ਜਾ ਸਕਦੇ ਆ। ਸੋ ਅਸੀਂ ਹੁਣ ਬਰਸਾਤਾਂ ਦਾ ਮੌਸਮ ਜਦੋਂ ਆਏਗਾ ਦੁਬਾਰਾ ਫਿਰ ਅਸੀਂ ਮੁਹਿੰਮ ਸਾਡੀ ਦੁਬਾਰਾ ਸ਼ੁਰੂ ਹੋ ਜਾਏਗੀ। ਤੇ ਜੇ ਪਾਣੀ ਨੂੰ ਸੰਭਾਲਣ ਦੇ ਬਾਰੇ, ਜਿਹੜੇ ਧਰਤੀ ਦਾ ਪਾਣੀ ਵੀ ਸਾਡਾ ਖਰਾਬ ਹੋ ਚੁੱਕਿਆ, ਇਹਦੇ ਬਾਰੇ ਵੀ ਕੋਈ ਮੁਹਿੰਮ ਸ਼ੁਰੂ ਕਰ ਰਹੇ ਹੋ? ਰੇਨ ਵਾਟਰ ਹਾਰਵੈਸਟਿੰਗ ਦਾ ਜਿਹੜਾ ਮੁੱਦਾ ਹੈ ਉਹ ਅਸੀਂ ਬੜੀ ਲੈ ਰਹੇ ਹਾਂ। ਚੈੱਕ ਡੈਮਸ ਬਣਾਏ ਜਾ ਰਹੇ ਆ। ਜਿਹੜੇ ਤੁਸੀਂ ਦੇਖਿਆ ਸੀ, ਮੈਨੂੰ ਯਾਦ ਆ ਜਦੋਂ ਅਸੀਂ ਬਚਪਨ ਵਿੱਚ ਕਿਸੇ ਵੀ ਪਿੰਡ ਵਿੱਚ ਜਾਂਦੇ ਸੀ ਤੇ ਪਿੰਡ ਦੇ ਬਾਹਰ ਛੱਪੜ ਜ਼ਰੂਰ ਹੁੰਦਾ ਸੀ। ਅੱਜ ਕੱਲ੍ਹ ਉਹ ਛੱਪੜ ਵੀ ਗਾਇਬ ਹੋ ਗਏ। ਤੋ ਸਾਡੀ ਇਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਉਹ ਵਾਟਰ ਬੋਡੀ ਸੀ ਖਤਮ ਹੋ ਗਈਆਂ। ਕਿਉਂ ਹੋ ਗਈਆਂ? ਕੋਈ ਇਲੀਗਲ ਕਬਜ਼ੇ ਹੋ ਗਏ ਉਹਨਾਂ ਜਗ੍ਹਾ 'ਤੇ। ਉਹਨਾਂ ਜਗ੍ਹਾ ਨੂੰ ਦੁਬਾਰਾ ਵੀ ਉਹਨਾਂ ਨੂੰ ਰੀਡਿਵੈਲਪ ਕੀਤਾ ਜਾਏ, ਔਰ ਅਸੀਂ ਮਤਲਬ ਇਹ ਏਰੀਆ ਹੁਣ ਛੱਪੜ ਨਹੀਂ ਰਹਿਣ ਦਾਂਗੇ। ਪ੍ਰੋਪਰ ਤਾਲਾਬ ਬਣੇ, ਸਾਫ਼ ਪਾਣੀ ਹੋਏ, ਔਰ ਆਸ-ਪਾਸ ਉਹਦੇ ਪੇੜ ਪੌਦੇ ਲਗਾਏ ਜਾਣ ਤਾਂ ਕਿ ਉੱਥੇ ਲੋਕ ਆ ਕੇ ਸੈਰ ਕਰ ਸਕਣ ਔਰ ਬੱਚੇ ਉੱਥੇ ਖੇਡਣ ਆ ਗਏ। ਤੇ ਹੋਰ ਕਿਹੜੇ ਮਹਿਮਾਨ ਆ ਰਹੇ? ਦੇਖੋ ਕੱਲ੍ਹ ਜਿਹੜੇ ਮਹਿਮਾਨ, ਇੱਕ ਤਾਂ ਤੁਹਾਨੂੰ ਦੱਸਿਆ ਸੰਤ ਸੀਚੇਵਾਲ ਸੀ, ਔਰ ਦੂਜੇ ਜਿਹੜੇ ਮਹਿਮਾਨ ਸਾਡੇ ਫੇਮਸ ਜਿਹੜੇ ਸੂਫੀ ਗਾਇਕ ਹੰਸਰਾਜ ਹੰਸ ਸੀਗੇ। ਔਰ ਉਹਨਾਂ ਨੇ ਵੀ ਬਹੁਤ ਚੰਗੀਆਂ ਜਿਹੜੀਆਂ ਗੱਲਾਂ ਕੀਤੀਆਂ ਕਿ ਵੀ ਜਿਹੜੇ ਅੱਜ ਕੱਲ੍ਹ ਜੋ ਮੁੱਦੇ ਜੋ ਰਿਲੀਜਨ ਦੇ ਉੱਪਰ ਲੜਾਈਆਂ ਹੋ ਰਹੀਆਂ ਕਿ ਉਹ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਦੱਸਿਆ ਕਿ ਕਿਵੇਂ ਉਹ ਛੋਟੀ ਜਿਹੀ ਜਗ੍ਹਾ ਤੋਂ ਆ ਕੇ ਇਸ ਮੁਕਾਮ ਤੱਕ ਪਹੁੰਚੇ। ਤਾਂ ਇਸੇ ਤਰ੍ਹਾਂ ਸਾਡੇ ਰੋਟਰੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਰਿਪਰੈਜ਼ੈਂਟੇਟਿਵ ਆਈ ਹੈ, ਉਹਨਾਂ ਦਾ ਨਾਮ ਹੈ ਪਾਸ ਡਿਸਟ੍ਰਿਕਟ ਗਵਰਨਰ ਡਾਕਟਰ ਰੇਖਾ ਸ਼ੈਟੀ। ਸੋ ਉਹਨਾਂ ਨੇ ਵੀ ਸਾਨੂੰ ਇਹੀ ਮੋਟੀਵੇਟ ਕੀਤਾ ਕਿ ਅਸੀਂ ਕਿਵੇਂ ਆਪਣੇ ਲੋਕ ਭਲਾਈ ਦੇ ਕੰਮ ਜਿਹੜੇ ਉਹ ਕਰਦੇ ਰਹੀਏ। ਔਰ ਬ੍ਰਿਗੇਡੀਅਰ ਬਾਜਵਾ ਜਿਹੜੇ ਕਾਰਗਿਲ ਵਾਰ ਹੀਰੋ ਹੈ, ਉਹਨਾਂ ਨੇ ਕਾਰਗਿਲ ਦੀ ਲੜਾਈ ਟਾਈਗਰ ਹਿੱਲ ਕਿਵੇਂ ਜਿੱਤੀ, ਜਿਹਦਾ ਉਹ ਜਿੱਤਣ ਦਾ ਸ਼੍ਰੇ ਉਹਨਾਂ ਨੂੰ ਜਾਂਦਾ, ਔਰ ਕਿਵੇਂ ਸਾਡੇ ਜਵਾਨਾਂ ਨੇ ਉੱਥੇ ਸੈਕਰੀਫਾਈਸ ਆਪਣੀਆਂ ਜ਼ਿੰਦਗੀਆਂ ਕੀਤੀਆਂ, ਉਹਦੇ ਬਾਰੇ 'ਚ ਉਹਨਾਂ ਨੇ ਸਾਨੂੰ ਆਡੀਓ ਵੀਡੀਓ ਨਾਲ ਸਾਨੂੰ ਲਗਾਇਆ ਔਰ ਬਹੁਤ ਮੋਟੀਵੇਟ ਕੀਤਾ ਕਿ ਸਾਨੂੰ ਆਪਣੇ ਦੇਸ਼ ਵਾਸਤੇ ਜਿਹੜਾ ਉਹ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਸੈਕਰੀਫਾਈਸ ਕਰਨ ਵਾਸਤੇ। ਔਰ ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ। ਉਹਨਾਂ ਨੇ ਕਿਹਾ ਜੀ ਟੂ ਅਚੀਵ ਪੀਸ ਵੀ ਮਸਟ ਬੀ ਪ੍ਰੀਪੇਅਰਡ ਫॉर ਵਾਰ। ਸੋ ਅੱਜ ਜਿਹੜਾ ਸਾਡਾ ਸੈਕਿੰਡ ਡੇ ਹੈ, ਸੋ ਇਹਦੇ ਵਿੱਚ ਬੜੇ ਅੱਛੇ ਬੁਲਾਰੇ ਆ ਰਹੇ ਹੈਗੇ ਆ। ਉਹਨਾਂ ਵਿੱਚ ਇੱਕ ਸੁਭਾਸ਼ ਗਈ ਹੈ ਜਿਹੜੇ ਹਿੰਦੀ ਸਿਨੇਮਾ ਦੇ ਸ਼ੋਅਮੈਨ ਮੰਨੇ ਜਾਂਦੇ ਆ। ਸੋ ਉਹਨਾਂ ਨੇ ਬੜੀਆਂ ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਅੱਛੀਆਂ ਫੈਮਿਲੀ ਓਰੀਐਂਟਡ ਫਿਲਮ ਬਣਾਈਆਂ। ਸੋ ਉਹਨਾਂ ਦੇ ਵੀ ਸਾਨੂੰ ਐਂਟਰਟੇਨ ਵੀ ਕਰਨਗੇ ਔਰ ਮੋਟੀਵੇਟ ਕਰਨਗੇ ਕਿ ਲਾਈਫ ਵਿੱਚ ਪ੍ਰੋਗਰੈਸ ਕਿਵੇਂ ਕੀਤੀ ਜਾਂਦੀ ਹੈ। ਔਰ ਅੱਜ ਸੰਤ ਸੇਵਾ ਸਿੰਘ ਜੀ ਨੇ ਗੱਲ ਕਰਨੀ ਹੈਗੀ ਹੈ, ਔਰ ਇਸੇ ਤਰ੍ਹਾਂ ਡਾਕਟਰ ਰੇਖਾ ਸ਼ੈਟੀ ਵੀ ਦੁਬਾਰਾ ਗੱਲ ਕਰਨਗੇ। ਤੋ ਇਸ ਤਰ੍ਹਾਂ ਜਿਹੜਾ ਕਾਰਿਕ੍ਰਮ ਜਿਹੜਾ ਇੱਕ ਮੁਨੀ ਵਤਸਲ ਸਵਾਮੀ ਜਿਹੜੇ ਅਕਸ਼ਰਧਾਮ ਟੈਂਪਲ ਜਿਹੜਾ ਦਿੱਲੀ ਦਾ ਉਹਦੇ ਹੈੱਡ ਹੈ, ਉਹ ਵੀ ਬਹੁਤ ਅੱਛੇ ਮੋਟੀਵੇਸ਼ਨਲ ਸਪੀਕਰ ਹੈ। ਸੋ ਉਹ ਵੀ ਸਾਰਿਆਂ ਨੂੰ ਪ੍ਰੋਤਸਾਹਨ ਕਰਨਗੇ ਕਿ ਅਸੀਂ ਜਿਹੜਾ ਸਾਡਾ ਇਸ ਸਾਲ ਦਾ ਥੀਮ ਹੈ ਸਰਵ ਟੂ ਚੇਂਜ ਲਾਈਵਸ, ਉਹਨੂੰ ਅਸੀਂ ਕਿਵੇਂ ਅਚੀਵ ਕਰਨਾ ਚਾਹੀਦਾ। ਸੋ ਇਹ ਸਨ US ਕਈ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਤੇ ਪ੍ਰੋਗਰਾਮ ਦੌਰਾਨ ਅਸੀਂ ਹੋਰ ਬੁਲਾਰਿਆਂ ਨਾਲ ਵੀ ਗੱਲਬਾਤ ਕਰਾਂਗੇ। डॉक्टर रेखा जी, जो आप इस प्रोग्राम में इसमें क्या आपका टॉपिक है और क्या आपने मोटिवेट किया? I am here as a representative of the Rotary International President Shekhar Mehta, and I bring you greetings from the world of Rotary. 173 countries, 46,000 Rotary clubs, and 1.4 million Rotarians all over the world, speaking every language known to mankind. I bring you greetings from the world of Rotary, which is 114 years old. And our message to the world is, make the world a better place. What's your topic in this program? The motto and the theme this year, which has been developed by our president, is a very fine one,
serve to change lives, because Rotary changes lives by building homes, by helping children to study, to clean water, creating forests and better environments, working with mothers and children. And the 7 areas of focus where we hope to improve the health of families and children. In fact, economic development and growth of poverty-stricken countries, and most important, preventing conflict and fostering world peace. These are all the goals of Rotary, and this is why good men and women from all over Punjab, all over Jammu and Kashmir are here to talk about how to make the world a better place. Because Rotary believes in service above self. Service above self. They're all good people come together to serve society. Of course, our greatest achievement has been to remove polio from all over the world except in one country, and that is Afghanistan. And I hope this year that too will happen. So Polio Plus is one of our proudest campaigns, and I wish all of you a wonderful, peaceful, joyful year ahead from the world of Rotary, because that is what Rotary works on, creating happy communities and happy societies. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਤਾਵਰਨ ਦਾ ਜਿਹੜਾ ਸਨੇਹ ਹੈ ਤੇ ਗੁਰੂ ਸਾਹਿਬ 6 ਪਾਤਸ਼ਾਹ ਨੇ ਸਾਤੋਂ 550 ਸਾਲ ਪਹਿਲਾਂ ਹੀ ਸਾਡੇ ਬਖਸ਼ ਕਰ ਗਏ ਨੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬਲਹਾਰੀ ਕੁਦਰਤ ਵਸਿਆ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਸੋ ਉਹ 'ਤੇ ਅਸੀਂ ਪਹਿਰਾ ਦੇ ਲਈਏ। ਸਭ ਤੋਂ ਵੱਡਾ ਸਨੇਹਾ, ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਦੀ ਜਿਹੜੀ ਸਾਨੂੰ ਰਹਿਮਤਾਂ ਰਸਤਾ ਦਿਖਾ ਗਏ ਨੇ, ਉਹ 'ਤੇ ਅਸੀਂ ਜੀਵ ਚੱਲ ਪਈਏ ਤਾਂ ਸਾਡਾ ਇਸ ਸੰਸਾਰ ਦਾ ਭਲਾ ਹੋ ਜਾਏਗਾ। ਸੋ ਇਹ 2 ਸੂਮੇ ਨੇ ਵੱਡੇ ਜਿਹੜੇ ਸਤਿਗੁਰਾਂ ਨੇ ਬਖਸ਼ ਕੀਤੇ, ਧਰੋਂ ਦਰਗਾਹ ਪਾਣੀ ਤੇ ਹਵਾ। ਇਹ ਕਿਸੇ ਦੇ ਬਣਾਏ ਨਹੀਂ ਜਾ ਸਕਦੇ, ਨਾ ਕੋਈ ਬਣਾ ਸਕਦਾ, ਇਹਨਾਂ ਤੋਂ ਬਿਨਾਂ ਕੋਈ ਜਿੰਦਾ ਨਹੀਂ ਰਹਿ ਸਕਦਾ। ਸੋ ਇਹਨਾਂ ਨੇ ਜਿੰਨੀ ਵੀ ਸਾਂਭ ਸੰਭਾਲ ਹੋ ਜਾਵੇ, ਇਹਨੂੰ ਸੰਜਮ ਨਾਲ ਵਰਤਿਆ ਜਾਵੇ। ਇਹਦੀ ਮਤਲਬ ਨੁਕਤਾ ਸਭ ਤੋਂ ਵੱਡੀ ਹੈ ਇਸ ਵੇਲੇ ਭਲਾ ਸੇਵਾ ਜਿਹੜੀ ਕਿ ਅਸੀਂ ਨੂੰ ਹਵਾ ਨੂੰ ਜਿਹੜੇ ਉਹਦੇ ਗੁਣਵੱਤਾ ਉਹਦੀ ਵਧੀਆ ਕਰਾ ਲਈਏ, ਪਾਣੀ ਨੂੰ ਸਾਫ਼ ਕਰ ਲਈਏ। ਇਹ ਸਭ ਤੋਂ ਵੱਡੀ ਮਨੁੱਖਤਾ ਦੀ ਅਸਲੀ ਸੇਵਾ ਹੋਵੇਗੀ। ਜੇ ਅਸੀਂ ਗੱਲ ਕਰੀਏ ਸਰਕਾਰਾਂ ਵੀ ਇਹਦੇ 'ਚ ਫੇਲ ਹੈ, ਅਸੀਂ ਲੋਕ ਖੁਦ ਵੀ ਇਹਦੇ ਤੋਂ ਇੰਨੇ ਜਾਗਰੂਕ ਨਹੀਂ ਹੈਗੇ, ਜਾਂ ਜਾਣ ਬੁੱਝ ਕੇ ਅਸੀਂ ਆਪਣੇ ਸਰੋਤ ਖਰਾਬ ਕਰ ਲਿਆ। ਹੁਣ ਇਹਨਾਂ ਨੂੰ ਸੰਭਾਲਣ ਵਾਸਤੇ ਜਾਂ ਕੀ ਕੀਤਾ ਜਾਵੇ, ਜਾਂ ਲੋਕਾਂ ਨੂੰ ਕੀ ਸੁਣਿਆ ਵੀ ਕਿਵੇਂ ਤਰੀਕੇ ਕੀ ਅਪਣਾਏ ਜਾਣ? ਇਹ ਸਰਕਾਰਾਂ ਵੀ ਆਪਣੇ ਫਰਜ਼ ਸਮਝਦੇ, ਅਸੀਂ ਲੋਕ ਵੀ ਆਪਾਂ ਵੀ ਆਪਣੇ ਫਰਜ਼ ਸਮਝੀਏ। ਇਹ ਕੋਈ ਸਰਕਾਰਾਂ ਇਕੱਲੇ ਦਾ ਹਵਾ ਲੈਣੀ ਨਹੀਂ, ਜਾਂ ਅਸੀਂ ਲੋਕਾਂ ਤੇ ਇਹ ਜੋ ਜੀ ਜੰਤੂ ਸਾਰਿਆਂ ਨੇ ਹਵਾ ਦਾ ਆਨੰਦ ਮਾਣਨਾ ਤੇ ਹਵਾ ਲੈਣੀ ਆ। ਤੇ ਆਪਾਂ ਪਰ ਜ਼ਿੰਮੇਵਾਰੀ ਆਪਾਂ ਸਮਝੀਏ, ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ, ਅਸੀਂ ਲੋਕ ਜਿਹੜੇ ਸੰਗਤ ਆ ਆਪਣੀ ਜ਼ਿੰਮੇਵਾਰੀ ਸਮਝੀਏ। ਤਾਂ ਅਸੀਂ ਆਪੋ ਆਪਣੇ ਇਲਾਕੇ ਨੂੰ, ਆਪੋ ਆਪਣੇ ਜਗ੍ਹਾ ਨੂੰ, ਜਿੱਥੇ ਆਪਾਂ ਰਹਿ ਰਹੇ ਹਾਂ ਉੱਥੋਂ ਦਾ ਸਾਫ਼ ਸੁਥਰਾ ਵਾਤਾਵਰਨ ਬਣਾਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਸੀਂ ਲੁਧਿਆਣੇ ਦੇ ਬੁੱਢੇ ਨਾਲੇ ਦੀ ਗੱਲ ਕਰੀਏ, ਬਹੁਤ ਤਰਸਯੋਗ ਹਾਲਾਤ ਹੈ ਜੀ ਤੇ ਸਰਕਾਰਾਂ ਵੀ ਨਹੀਂ, ਤੇ ਜਿਹੜੇ ਉਦਯੋਗਪਤੀ ਹੈ ਉਹਨਾਂ ਦੇ ਵਿੱਚ ਉਹ ਆਪਣਾ ਜਿਹੜਾ ਹੈਗਾ ਪਲੀਤ ਪਾਣੀ ਪਾ ਰਹੇ, ਇੰਨੇ ਬਾਰੇ ਸੁਣਿਆ ਜਾਂ ਤੁਸੀਂ? ਤੇ ਵੇਖੋ ਜੀ, ਸਰਕਾਰਾਂ ਨੂੰ ਜੋ ਕਾਨੂੰਨ ਬਣਾਏ ਨੇ, ਜੇ ਬਣਾਏ ਨੇ ਉਹਨਾਂ ਮੁਤਾਬਕ ਜੋ ਟ੍ਰੀਟਮੈਂਟ ਵਾਟਰ ਪਲਾਂਟ ਟ੍ਰੀਟਮੈਂਟ ਹੈ ਉਹ ਪਲਾਂਟ ਉਹ ਲਾਉਣੇ ਚਾਹੀਦੇ ਨੇ, ਤਾਂ ਕਿ ਮਨੁੱਖਤਾ ਦਾ ਭਲਾ ਵਾ। ਜੇ ਥੋੜ੍ਹਾ ਬਹੁਤਾ ਖਰਚ ਕਰਦੇ ਨਾਲ ਲੱਗ ਹੋ ਹੀ ਜਾਂਦਾ ਤੇ ਲੋਕਾਂ ਦੇ ਜਾਨ ਦਾ ਤਾਂ ਕੋਈ ਕੀਮਤ ਨਹੀਂ ਨਾ, ਜਿਹੜੀ ਜਾਨਾਂ ਜਾ ਰਹੀਆਂ, ਕੈਂਸਰ ਹੋ ਰਿਹਾ, ਹੋਰ ਮੌਤਾਂ ਹੋ ਰਹੀਆਂ। ਸੋ ਉਦਯੋਗਪਤੀਆਂ ਨੂੰ ਵੀ ਚਾਹੀਦਾ ਵੀ ਭਲਾ ਕਰਨਾ ਆਪਣਾ, ਜੇ ਵਰਤਦੇ ਨੇ ਉਹਦਾ ਖਰਚਾ ਕਰਕੇ ਤਾਂ ਆਪਣਾ ਉਹਦਾ ਵਾਟਰ ਟ੍ਰੀਟਮੈਂਟ ਵਾਟਰ ਜਿਹੜਾ ਉਹ ਲਾਉਣਾ ਚਾਹੀਦਾ, ਤਾਂ ਕਿ ਮਨੁੱਖਤਾ ਭਲਾ ਹੋ ਜਾਏ। ਸਰਕਾਰ ਵੀ ਸੁਚੇਤ ਹੋਵੇ, ਉਹਨਾਂ ਨੇ ਜੋ ਕਾਨੂੰਨ ਮੁਤਾਬਕ ਜੋ ਕਾਰਵਾਈ ਕਰੇ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। बस सेवा भावना खूब पवित्रता से हो, और सेवा के लिए चरित्र का उत्थान ये बहुत ही ज़रूरी है। हमारे गुरुदेव प्रमुख स्वामी जी महाराज कहते थे, जो आध्यात्मिक रूप से शुद्ध है वही प्रामाणिक रूप से सेवा कर सकता है। और यही विषय को लेकर आज यहाँ पर खूब अच्छा चिंतन सामूहिक रूप से हुआ, सभी मिलकर किया, और हम सभी खूब आज प्रसन्न है कि एक साथ ऐसी सेवा भावना का चिंतन करके हम समाज का उत्थान कर पाए।
ਪਰਮਾਤਮਾ 'ਚ ਜੇ ਵਿਸ਼ਵਾਸ ਰੱਖਦੇ ਹੋਣਗੇ ਪਰਮਾਤਮਾ ਦੀ ਮਦਦ ਤੇ ਔਰਤਾਂ ਦੋਵੇਂ ਇਕੱਠੇ ਬਣਾਏ ਤਾਂ ਫਿਰ ਇੰਡੀਵਿਜੂਅਲ ਤੁਸੀਂ ਔਰਤਾਂ ਤੋਂ ਦੂਰੀ ਬਣਾਈ ਹੈ ਇਸ ਬਾਰੇ ਕੀ ਕਹੋਗੇ? दूरी नहीं है, मर्यादा है और सामाजिक मर्यादाओं हमेशा ज़रूरी है, लेकिन वो हमारी सब प्रकार से प्रेम से सत्संग में जुड़े हैं और अधिक रूप से वो जुड़ती ही है। ਕੀ ਨਾਮ ਹੈ ਜੀ ਤੁਹਾਡਾ? जी मेरा नाम मदन चावला है। ਤੇ ਕਾਹਦਾ ਕੈਂਪ ਲਾਇਆ ਇਹਦੇ ਬਾਰੇ ਤੁਸੀਂ ਦੱਸੋ ਤੇ ਕੀ ਸਮਾਜ ਦੀ ਦੁਆ ਤੁਸੀਂ ਜਾਂ ਕੀ ਟੈਸਟ ਹੈਗਾ ਇਹਦੇ ਬਾਰੇ ਜਾਣਕਾਰੀ ਕੰਪਲੀਟ ਕਰਨੀ। जी मैं संस्थापक और अध्यक्ष हूँ एक एनजीओ, एक संस्था का जिसका नाम है गिफ्ट। गिफ्ट का जो पूरा मतलब है वो है ग्लोबली इंटीग्रेटेड फाउंडेशन फॉर थैलेसीमिया, ਜਿਹਦਾ ਨਾਂ ਤੋਂ ਪਤਾ ਚੱਲਦਾ ਹੈ ਅਸੀਂ ਥੈਲੇਸੀਮੀਆ ਦੇ ਬੱਚਿਆਂ ਦੀ ਮਦਦ ਕਰਦੇ ਹਾਂ। ਅਸੀਂ ਦਿੱਲੀ ਦੇ ਨਾਲ ਸ਼ਹਿਰ ਹੈਗਾ ਫਰੀਦਾਬਾਦ, ਉੱਥੋਂ ਆਏ ਹਾਂ ਅਤੇ ਪੂਰੇ ਹਿੰਦੁਸਤਾਨ ਵਿੱਚ ਕਸ਼ਮੀਰ ਤੇ ਕੰਨਿਆ ਕੁਮਾਰੀ ਇੱਥੇ ਗੁਜਰਾਤੀ ਅਹਿਮਦਾਬਾਦ ਤੋਂ ਸਿੱਕਿਮ ਤੱਕ ਪੂਰੀ ਸਰਵਿਸ ਦਿੰਦੇ ਹਾਂ ਅਸੀਂ। ਅੱਜ ਜਿਹੜਾ ਕੈਂਪ ਜਲੰਧਰ 'ਚ ਲੱਗਿਆ ਹੈ ਉਹਦਾ ਪਰਪਸ ਹੈ ਕਿ ਥੈਲੇਸੀਮੀਆ ਦੇ ਬੱਚਿਆਂ ਦਾ ਇੱਕੋ ਹੀ ਫਾਈਨਲ ਇਲਾਜ ਹੈਗਾ ਜਿਹਨੂੰ ਕਹਿੰਦੇ ਨੇ ਬੋਨ ਮੈਰੋ ਟ੍ਰਾਂਸਪਲਾਂਟ। ਅਤੇ ਜਿਸ ਤਰ੍ਹਾਂ ਕਿਸੇ ਬੱਚੇ ਨੂੰ ਬਲੱਡ ਚਾਹੀਦਾ ਹੈ ਤਾਂ ਉਹਦੇ ਲਈ ਫਿਰ ਮੈਚਿੰਗ ਦਾ ਬਲੱਡ ਗਰੁੱਪ ਦਾ ਡੋਨਰ ਚਾਹੀਦਾ ਹੁੰਦਾ ਹੈ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਦੇ ਵਾਸਤੇ ਉਸ ਬੱਚੇ ਦੇ ਮੈਚਿੰਗ ਦਾ HLA ਵਾਲਾ ਬੰਦਾ ਚਾਹੀਦਾ ਹੁੰਦਾ ਹੈ। HLA ਕਹਿੰਦੇ ਨੇ ਹਿਊਮਨ ਲਿਕੋਸਾਈਡ ਐਂਟੀਜਨ, ਇੱਕ ਪ੍ਰਕਾਰ ਦੀ ਜੀਨਸ ਜਾਂ DNA ਮੈਚਿੰਗ। ਅਤੇ ਜਿਹੜਾ ਟੈਸਟ ਕਰ ਰਹੇ ਹਾਂ ਇਹ HLA ਟਾਈਪਿੰਗ ਵਾਸਤੇ ਟੈਸਟ ਹੈਗਾ। ਅਸੀਂ ਸਿਰਫ 60 ਸੈਕਿੰਡ ਲੈਣੇ ਆ ਇੱਕ ਬੰਦੇ ਦੇ ਮੂੰਹ ਦਾ ਸਵੈਬ ਯਾਨੀ ਕਿ ਸਲਾਈਵਾ ਦਾ ਸੈਂਪਲ ਲੈ ਕੇ ਜਾਣੇ ਆ। ਇਹ ਸੈਂਪਲ ਜਰਮਨੀ ਭੇਜਾਂਗੇ ਇੱਕ ਲੈਬ ਵਿੱਚ ਜਿਹੜੀ ਵਰਲਡ ਦੀ ਬਹੁਤ ਹੀ ਵਧੀਆ ਬਹੁਤ ਹੀ ਵੱਡੀ ਲੈਬ ਹੈਗੀ। ਉੱਥੋਂ ਜਿਹੜੇ ਹੈ ਇਸ ਟੈਸਟ ਦਾ ਰਿਜ਼ਲਟ ਸਾਨੂੰ ਲਗਭਗ 3 ਮਹੀਨੇ ਬਾਅਦ ਮਿਲ ਜਾਏਗਾ ਅਤੇ ਫਿਰ ਪਤਾ ਲੱਗੇਗਾ ਕਿ ਕਿਹੜੇ ਬੱਚੇ ਨਾਲ ਕੋਈ ਇਨਸਾਨ ਜਿਹੜਾ ਟੈਸਟ ਕਰ ਰਿਹਾ ਸੀ ਮੈਚ ਹੋਇਆ ਕਿ ਨਹੀਂ ਹੋਇਆ। ਜਿਹਦੇ ਨਾਲ ਮੈਚ ਹੋ ਗਿਆ ਤਾਂ ਸਮਝੋ ਉਹ ਬੰਦਾ ਜਿਹੜਾ ਹੈ ਉਸ ਦੁਨੀਆ ਵਿੱਚ ਬਹੁਤ ਹੀ ਸੁਭਾਗਿਆਸ਼ਾਲੀ ਬੰਦਾ ਹੈਗਾ ਜੀ। ਅਤੇ ਉਸ ਬੰਦੇ ਦਾ ਫਿਰ ਅਸੀਂ ਡਾਕਟਰ ਕੋਲ ਕਾਉਂਸਲਿੰਗ ਕਰਵਾਉਂਦੇ ਹਾਂ। ਫਿਰ ਬੰਦੇ ਦੇ ਘਰ ਦੇ ਨਜ਼ਦੀਕ ਜਿਹੜਾ ਵੀ ਹਸਪੀਟਲ ਹੈ ਉੱਥੇ ਲੈ ਜਾ ਕੇ ਉਹਨਾਂ ਦੇ ਸਟੈਮ ਸੈੱਲ ਡੋਨੇਟ ਕਰਵਾਉਂਦੇ ਹਾਂ। ਸਟੈਮ ਸੈੱਲ ਡੋਨੇਟ ਕਰਨਾ ਇੰਨਾ ਹੀ ਆਸਾਨ ਹੈ ਅੱਜ ਦੇ ਟਾਈਮ ਵਿੱਚ ਜਿੰਨਾ ਕਿ ਪਲੇਟਲੇਟਸ ਡੋਨੇਟ ਕਰਨਾ। ਜੇ ਸਟੈਮ ਸੈੱਲ ਡੋਨੇਟ ਹੋ ਗਏ ਉਹਦੇ ਬਾਅਦ ਬੱਚੇ ਦਾ ਟ੍ਰਾਂਸਪਲਾਂਟ ਹੋ ਗਿਆ, ਬੋਨ ਮੈਰੋ ਟ੍ਰਾਂਸਪਲਾਂਟ, ਅਤੇ ਬੱਚੇ ਦੀ ਜ਼ਿੰਦਗੀ ਹਮੇਸ਼ਾ ਵਾਸਤੇ ਬਦਲ ਗਈ। ਉਹਦੇ ਬਾਅਦ ਦੁਬਾਰਾ ਉਹਨੂੰ ਕਦੇ ਵੀ ਬਲੱਡ ਨਹੀਂ ਚੜ੍ਹਨਾ, ਕੋਈ ਦਵਾਈ ਨਹੀਂ ਖਾਣੀ, ਉਹ ਬੱਚਾ ਬਿਲਕੁਲ ਠੀਕ ਹੋ ਜਾਣਾ ਹੈ। ਤੇ ਇਹਦੇ ਲਈ ਤੁਹਾਨੂੰ ਕੰਟੈਕਟ ਕਿਵੇਂ ਕਰਨ ਤੇ ਕਿੱਥੇ ਕਰਨ? ਜੀ ਮੇਰਾ ਨਾਮ ਤਾਂ ਪਤਾ ਚੱਲ ਗਿਆ, ਨੰਬਰ ਹੈਗਾ 9811089975। ਸਾਡੀ ਈਮੇਲ ID ਹੈਗੀ ਮਦਨ ਚਾਵਲਾ ਸਪੈਲਡ ਐਸ MADANCHAWLA@gift GIFTC22 numeric ਹੈਗਾ c.com। ਅਤੇ ਅਸੀਂ ਫੇਸਬੁੱਕ, WhatsApp, YouTube, LinkedIn, ਚਿਟਚੈਟ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ ਉਹਦੇ ਉੱਤੇ ਗਿਫਟ C2C ਦੇ ਨਾਂ 'ਤੇ ਅਵੇਲੇਬਲ ਹੈਗੇ ਜੀ। ਜੇ ਅਸੀਂ ਗੱਲ ਕਰੀਏ ਜਿਹੜਾ ਬੱਚਾ ਇਸ ਰੋਗ ਤੋਂ ਪੀੜਤ ਹੈ ਉਸ ਨੂੰ ਜਦੋਂ ਇਹ ਇਲਾਜ ਹੁੰਦਾ ਇਲਾਜ ਕਿੰਨਾ ਕੁ ਮਹਿੰਗਾ ਅਤੇ ਕਿਵੇਂ ਉਹਨੂੰ ਕਰਵਾਉਣਾ? ਜੀ ਥੈਲੇਸੀਮੀਆ ਦਾ ਪਰਮਾਨੈਂਟ ਇਲਾਜ ਇੱਕੋ ਹੀ ਹੈਗਾ ਬੋਨ ਮੈਰੋ ਟ੍ਰਾਂਸਪਲਾਂਟ ਦਾ ਐਵਰੇਜ ਜਿਹੜਾ ਖਰਚਾ ਹੁੰਦਾ ਉਹ ਹੁੰਦਾ 25 ਲੱਖ ਰੁਪਈਆ। ਹਸਪਤਾਲ ਵੈਰੀ ਕਰਦਾ, ਕੋਈ ਹਸਪਤਾਲ 20 ਲੱਖ ਤੱਕ ਕਰਦਾ ਅਤੇ ਕਿਤੇ 35-40 ਲੱਖ ਰੁਪਏ ਲੱਗ ਜਾਂਦਾ ਹੈ। ਅਤੇ ਜਿਹੜਾ ਇਲਾਜ ਦਾ ਖਰਚਾ ਹੈ ਸਰਕਾਰ ਦੀ ਯਾਨੀ ਕਿ ਮਿਨਿਸਟਰੀ ਆਫ ਹੈਲਥ ਦੀ ਇੱਕ ਸਕੀਮ ਹੈਗੀ, ਉਹਦਾ ਟਾਈਪ ਹੈਗਾ ਕੋਲ ਇੰਡੀਆ ਲਿਮਿਟਡ ਸਰਕਾਰੀ ਕੰਪਨੀ ਹੈਗੀ। ਤਾਂ ਕੋਲ ਇੰਡੀਆ ਲਿਮਿਟਡ ਦਾ CSR ਫੰਡ ਹੈ, 10 ਲੱਖ ਰੁਪਏ ਦੀ ਮਦਦ ਮਿਲਦੀ ਹੈ ਜੇ ਬੱਚੇ ਦਾ ਸਟੈਮ ਸੈੱਲ ਜਿਹੜਾ ਮੈਚਿੰਗ ਡੋਨਰ ਆਪਣਾ ਸਗਾ ਭਰਾ ਭੈਣ ਹੋਵੇ ਤਾਂ। ਪਹਿਲੀ ਕੰਡੀਸ਼ਨ ਹੈਗੀ। ਦੂਜੀ ਜਿਹੜੀ ਪਰਿਵਾਰ ਦੀ ਇਨਕਮ ਹੈ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈਗੀ। ਤੀਜੀ ਬੱਚੇ ਦੀ ਉਮਰ ਜਿਹੜੀ ਹੈ 13 ਸਾਲ ਤੋਂ ਘੱਟ ਹੋਣੀ ਚਾਹੀਦੀ ਹੈਗੀ। ਅਤੇ ਜੇ 3 ਕ੍ਰਾਈਟੇਰੀਆ ਮਿਲਦੇ ਨੇ ਤਾਂ ਫਿਰ ਕੋਲ ਇੰਡੀਆ ਦੀ ਤਰਫੋਂ 10 ਲੱਖ ਰੁਪਏ ਮਿਲਦਾ ਹੈ। ਉਹਦੇ ਇਲਾਵਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦੀ ਤਰਫੋਂ 3 ਲੱਖ ਉੱਥੋਂ ਮਿਲਦਾ ਹੈ। ਫਿਰ ਸਟੇਟ ਮਿਨਿਸਟਰ ਜਿਹੜੇ ਹੁੰਦੇ ਨੇ ਚੀਫ ਮਿਨਿਸਟਰ ਉਹਨਾਂ ਦੀ ਤਰਫੋਂ ਉਹ ਵੈਰੀ ਕਰਦੇ ਕਿਹੜੀ ਸਟੇਟ ਦਾ ਬੱਚਾ ਹੈਗਾ ਪਰ ਕੋਈ ਨਾ ਕੋਈ ਮਦਦ ਮਿਲਦੀ ਹੈ। 3 ਲੱਖ ਰੁਪਏ, 4 ਲੱਖ ਰੁਪਏ, 5 ਲੱਖ ਉੱਥੋਂ ਆਉਂਦਾ ਹੈ। ਉਹਦੇ ਬਾਅਦ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜਿਸ ਤਰ੍ਹਾਂ ਰੋਟਰੀ ਦਾ ਅੱਜ ਕੈਂਪ ਲੱਗੇ ਉੱਥੇ ਰੋਟਰੀ ਹੈਗੀ, ਲਾਇਨਸ ਕਲੱਬ ਹੈਗਾ ਜਾਂ ਹੋਰ ਵੀ ਕਾਫੀ ਸਾਰੇ ਇੰਡਸਟਰੀਅਲ ਨੇ ਜਿਹਨਾਂ ਦਾ CSR ਫੰਡ ਹੋ ਗਿਆ। ਇਹ ਸਾਡੀ ਆਪਣੀ NGO ਵੀ ਲਗਭਗ 1 ਲੱਖ ਰੁਪਏ ਦੀ ਸਹਾਇਤਾ ਖੁਦ ਵੀ ਮੈਨੇਜ ਕਰਕੇ ਬੱਚੇ ਦੇ ਪਰਿਵਾਰ ਦੀ ਮਦਦ ਕਰਦੇ ਹੈਗੇ। ਅਤੇ ਇਸ ਤਰ੍ਹਾਂ ਮਿਲ ਜੁਲ ਕੇ ਐਫਰਟ ਹੁੰਦੀ ਹੈ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਦੇ ਪਰਿਵਾਰ 'ਤੇ ਬਿਲਕੁਲ ਕਮ ਤੋਂ ਕਮ ਖਰਚਾ ਆਵੇ ਜੀ। ਰੋਟਰੀ ਵੱਲੋਂ ਸਮਾਜ ਸੇਵਾ ਦੇ ਮੁੱਦਿਆਂ 'ਤੇ ਵਾਤਾਵਰਣ ਦਾ ਮੁੱਦਾ ਹੋਵੇ ਅਤੇ ਚਾਹੇ ਇਹ ਸਮਾਜ ਸੇਵਾ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇ, ਉਹਨਾਂ ਦੇ ਲਈ ਉਹਨਾਂ ਨੇ ਵੱਖ-ਵੱਖ ਬੁਲਾਰਿਆਂ ਨੂੰ ਅੱਜ ਬੁਲਾਇਆ। ਹੁਣ ਸਮਾਜ ਦੇ ਵਿੱਚ ਲੋਕਾਂ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਮੁੱਦੇ ਹਨ ਉਹਨਾਂ ਨੂੰ ਅਸੀਂ ਸਾਰੇ ਰਲ ਮਿਲ ਕੇ ਸੁਲਝਾਈਏ।
ਜਲੰਧਰ ਤੋਂ ਅਜੀਤ ਵੈਬ ਟੀਵੀ ਦੇ ਲਈ ਰਣਜੀਤ ਸਿੰਘ ਸੋਢੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।